Today's topic of the lecture is objective of business. वैसे ਤਾਂ ਬਿਜ਼ਨਸ ਦਾ ਇੱਕ ਮੇਨ ਆਬਜੈਕਟਿਵ ਜੋ ਆਪਾਂ ਮੰਨ ਕੇ ਚੱਲਦੇ ਹਾਂ ਜਾਂ ਬੇਸਿਕਲੀ ਬਿਜ਼ਨਸ ਦਾ ਮੇਨ ਆਬਜੈਕਟਿਵ ਹੁੰਦਾ that is the profit maximization on earn maximum profit. But a business cannot ignore the interest of its employees, workers, customers, community, and a society as a whole. So we can classify the objective of business into four categories. So first one is economic objectives, second one is social objectives, third one human objectives, fourth one national objective, and fifth one is global objectives. ਤੇ ਹੁਣ ਆਪਾਂ ਇਹ ਜੋ objectives ਨੇ one by one ਸਾਰਿਆਂ ਨੂੰ discuss ਕਰਕੇ ਚੱਲਦੇ ਹਾਂ. So first one is the economic objectives. ਜਿਵੇਂ ਕਿ ਆਪਾਂ ਡਿਸਕਸ ਕਰਕੇ ਹੀ ਚੱਲੇ ਸੀਗੇ ਪਹਿਲਾਂ ਕੰਸੈਪਟ ਦੇ ਵਿੱਚ ਕਿ ਕਿਸੇ ਵੀ ਬਿਜ਼ਨਸ ਦਾ ਜੋ ਮੇਨ ਮੋਟਿਵ ਹੈ that is the profit earning. ਤੇ ਇਹਨਾਂ ਦੇ ਜੋ ਟੌਪਿਕਸ ਨੇ ਬੇਸਿਕਲੀ ਜੋ ਡਿਸਕਸ ਕਰਕੇ ਚੱਲਾਂਗੇ ਇਕਨੋਮਿਕ ਆਬਜੈਕਟਿਵਸ. ਫਸਟ ਵਨ ਇਜ਼ ਪ੍ਰੋਫਿਟ ਅਰਨਿੰਗ, ਸੈਕੰਡ ਵਨ ਇਜ਼ ਸਰਵਾਈਵਲ, growth, creation of customers, innovation, and optimum utilization of resources. So one by one we can discuss profit earning. कि हर एक ऑर्गेनाइजेशन का जो मेन मोटिव ਹੁੰਦਾ ਹੈ ਉਹ ਹੁੰਦਾ ਹੈਗਾ कि maximum to maximum profit earn करना so that they can survive in future. Next one is the survival. For the survival of the business, every organization want to earn more and more profit, or you can say that to earn more revenue to cover up the cost of the business. Next one is growth. कि हर एक बिजनेस ਆ ਜੋ ਉਹਦਾ ਮੋਟਿਵ ਹੁੰਦਾ ਹੈਗਾ ਕਿ ਉਹਦਾ ਬਿਜਨਸ ਹੈਗਾ ਜੋ ਉਹ ਗਰੋ ਕਰੇ ਨੈਸ਼ਨਲ ਲੈਵਲ ਤੇ ਨਹੀਂ ਇੰਟਰਨੈਸ਼ਨਲ ਲੈਵਲ ਤੱਕ ਵੀ ਉਹਦਾ ਬਿਜਨਸ ਆ ਜੋ ਉਹ ਫੈਲ ਜਾਵੇ. ਨੈਕਸਟ ਵਨ ਇਜ਼ ਦਾ ਕ੍ਰੀਏਸ਼ਨ ਆਫ ਕਸਟਮਰ. ਹਰ ਇੱਕ ਆਰਗੇਨਾਈਜੇਸ਼ਨ ਦਾ ਜੋ ਮੋਟਿਵ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕਸਟਮਰਸ ਆ ਜੋ ਉਹਨਾਂ ਦੇ ਨਾਲ ਜੁੜਨ. ਯੂ ਕੈਨ ਸੇ ਦੈਟ ਇਟਸ ਅ ਕ੍ਰੀਏਸ਼ਨ ਆਫ डिमांड ऑफ द प्रोडक्ट, डिमांड ऑफ द बिजनेस कि तुसीं जिस भी तरह का बिजनेस कर रहे हो ਉਹਦੀ मार्केट ਦੇ ਵਿੱਚ ਜਿੰਨੀ ਜ਼ਿਆਦਾ डिमांड ਹੋਊਗੀ ਉਨੀ ਹੀ ਜ਼ਿਆਦਾ ਸਾਡੀ ਸੇਲ ਹੋਊਗੀ ਤਾਂ ਸਾਡਾ प्रॉफिट ਹੋਊਗਾ ਤਾਂ ਆਪਾਂ ਸਰਵਾਈਵ ਕਰਾਂਗੇ, ਸਰਵਾਈਵ ਕਰਦੇ ਹਾਂ ਸਾਡੀ ਗਰੋਥ ਵੀ ਹੋਣੀ ਹੈਗੀ. तो ये सारे जो पॉइंट्स ने एक दूजे ਦੇ ਨਾਲ ਹੀ ਫਿਰ ਇੰਟਰਲੇਟਡ ਹੋ ਜਾਂਦੇ ਨੇ. ਨੈਕਸਟ ਵਨ ਇਜ਼ ਇਨੋਵੇਸ਼ਨ ਕਿ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਦੇ ਨਿਊ ਆਈਡੀਆਜ਼, ਨਿਊ ਪ੍ਰੋਡਕਟ ਆ ਜੋ ਇੰਟਰੋਡਿਊਸ ਕਰ ਰਹੇ ਹੋ ਤਾਂ ਕਿ ਕਸਟਮਰ ਹੈਗਾ ਤੁਹਾਡੇ ਨਾਲ ਉਹ ਜੁੜੇ ਰਹਿਣ. ਕਿਉਂਕਿ ਜਦੋਂ ਤੁਸੀਂ ਕੁਝ ਨਵਾਂ ਪ੍ਰੋਵਾਈਡ ਕਰਾਉਂਦੇ ਹੋ ਤੇ ਸੇਮ ਪ੍ਰਾਈਸ ਦੇ ਉੱਤੇ ਪ੍ਰੋਵਾਈਡ ਕਰਾਉਂਦੇ ਹੋ ਤਾਂ ਜ਼ਾਹਿਰ ਸੀ ਗੱਲ ਆ ਕਸਟਮਰ ਤੁਹਾਡੇ ਕੋਲ ਹੀ ਆਣਗੇ, ਕਿਸੇ ਹੋਰ ਦੇ ਕੋਲ ਨਹੀਂ ਜਾਣਗੇ. ਨੈਕਸਟ ਵਨ ਇਜ਼ optimum utilization of resources ਕਿ ਸਾਡੇ ਕੋਲ ਜੋ ਰਿਸੋਰਸਿਸ ਨੇ ਫਾਰ ਐਗਜ਼ਾਮਪਲ ਰॉ ਮਟੀਰੀਅਲ, ਮਸ਼ੀਨਰੀ, EMPLOYEES ਤੁਸੀਂ ਉਹਨਾਂ ਦਾ optimum utilization ਕਿਸ ਤਰੀਕੇ ਦੇ ਨਾਲ ਕਰ ਰਹੇ ਹੋ ਕਿ ਸਾਡੇ ਜੋ ਰਿਸੋਰਸਿਸ ਨੇ ਉਹ ਵੇਸਟ ਨਾ ਹੋਣ. ਕਿਉਂਕਿ ਸਾਡੇ ਜੋ ਰਿਸੋਰਸਿਸ ਨੇ ਉਹ scarce resources ne. You can say that they are the limited resources and how you can optimum utilize of the resources, or you can say that how to best use of the resources. Next one is social objectives. First one is supply of quality goods at fair price कि बिजनेस कि जो भी गुड्स सप्लाई कर रहे ने वो क्वालिटेटिव गुड्स होनी चाहिए ने ते वो फेयर प्राइस दैट मीन्स द राइट प्राइस होना चाहिए है. कोई जरूरत तो ज़्यादा या जरूरत तो जे तुसी जरूरत तो ज़्यादा प्राइस फिक्स कर रहे हो तो फिर जाहिर सी गल है कस्टमर साडे प्रोडक्ट के लिए हैगा वो खरीदण दे लई तैयार नहीं होणगे. तो क्वालिटेटिव गुड्स एट अ राइट प्राइस एट राइट टाइम प्रोवाइड कराओगे तो जाहिर सी गल है साडा प्रोडक्ट मार्केट दे विच सेल हुंदा रहूगा. नैक्सट वन इज अवॉइडेंस ऑफ अनफेयर ट्रेड प्रैक्टिसेस कि बिजनेस ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਟ੍ਰੇਡ ਪ੍ਰੈਕਟਿਸਿਸ ਹੈਗੀ ਜਾਂ ਝੂਠ ਦਾ ਸਹਾਰਾ ਲੈ ਕੇ ਤੁਸੀਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਨਹੀਂ ਕਰੋਗੇ. ਕਿਉਂਕਿ ਜੇ ਤੁਸੀਂ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਂਦੇ ਹੋ ਤਾਂ ਕਸਟਮਰ ਤੁਹਾਡੇ ਨਾਲ ਜ਼ਿਆਦਾ ਹੀ ਜੁੜਦੇ ਨੇ. ਜਨਰੇਸ਼ਨ ਆਫ ਇੰਪਲੋਇਮੈਂਟ ਅਪਰਚੁਨਿਟੀਜ਼ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇੰਪਲੋਇਮੈਂਟ ਅਪਰਚੁਨਿਟੀ ਪ੍ਰੋਵਾਈਡ ਕਰਾਓਗੇ, ਇਕੁਅਲ ਅਪਰਚੁਨਿਟੀ ਪ੍ਰੋਵਾਈਡ ਕਰਾਓਗੇ ਹਰ ਤਰ੍ਹਾਂ ਦੇ वर्ग ਦੇ ਲਈ ਚਾਹੇ ਉਹਦੇ ਵਿੱਚ ਮੇਲ ਹੋਵੇ, ਫੀਮੇਲ ਹੋਵੇ, ਰਿਚ ਹੋਵੇ ਜਾਂ ਪੂਰ ਹੋਵੇ. ਨੈਕਸਟ ਵਨ ਇਜ਼ ਪ੍ਰੋਟੈਕਸ਼ਨ ਆਫ ਇਨਵਾਇਰਨਮੈਂਟ ਕਿ ਸਾਡਾ ਜੋ ਬਿਜ਼ਨਸ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਬਿਜ਼ਨਸ ਨੂੰ ਇਨਵਾਇਰਨਮੈਂਟ ਨੂੰ ਹੈ ਜੋ ਬੈਡਲੀ ਇੰਪੈਕਟ ਨਾ ਕਰਦਾ ਹੋਵੇ ਜਾਂ ਸਾਡਾ ਜੋ ਪ੍ਰੋਡਕਟ ਹੈਗਾ ਈਕੋ ਫਰੈਂਡਲੀ ਪ੍ਰੋਡਕਟ ਹੋਵੇ ਤੇ ਸਾਡੀ ਜੋ ਬਿਜ਼ਨਸ ਦੇ ਵਿੱਚ ਜੋ ਸਾਡੀ ਪ੍ਰੋਡਕਸ਼ਨ ਹੋ ਰਹੀ ਹੈ ਉਸ ਪ੍ਰੋਡਕਸ਼ਨ ਤੋਂ ਜੋ ਸਾਡੀ ਵੇਸਟੇਜ ਹੈਗੀ ਆ ਉਹਦਾ ਜੋ ਨਿਦਾਨ ਹੈਗੀ ਆ ਉਹ ਸਹੀ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ. ਨੈਕਸਟ ਵਨ ਇਜ਼ ਕਮਿਊਨਿਟੀ ਸਰਵਿਸ ਕਿ ਇੱਕ ਬਿਜ਼ਨਸ ਹੈਗਾ ਕਮਿਊਨਿਟੀ ਨੂੰ ਸਰਵਿਸ ਪ੍ਰੋਵਾਈਡ ਕਰਾਉਂਦਾ. ਕਮਿਊਨਿਟੀ ਨੂੰ ਸਰਵਿਸ ਪ੍ਰੋਵਾਈਡ ਕਰਾਉਣ ਦਾ ਮਤਲਬ ਹੈ ਕਿ ਬਿਜ਼ਨਸ ਕੋਈ ਸੁਸਾਇਟੀਜ਼ ਵਗੈਰਾ ਦੇ ਲਈ ਸਕੂਲਸ ਖੋਲ ਸਕਦੇ ਨੇ, ਕਾਲਜਸ ਖੋਲ ਸਕਦੇ ਨੇ ਜਾਂ ਫਿਰ
ਹਸਪੀਟਲਸ ਵਗੈਰਾ ਹੈਗਾ ਉਹਨਾਂ ਦੇ ਵਿੱਚ ਆ ਉਹ ਹੈਲਪ ਕਰ ਸਕਦੇ ਨੇ। ਨੈਕਸਟ ਵਨ ਇਜ਼ ਵੈਲਫੇਅਰ ਆਫ ਇੰਪਲੋਈਜ਼, ਕਿ ਜੋ ਬਿਜ਼ਨਸ ਹੈਗਾ ਉਹਦਾ ਆਬਜੈਕਟਿਵ ਹੈਗਾ ਕਿ ਜੋ ਇੰਪਲੋਈਜ਼ ਹੈਗੇ ਉਹਨਾਂ ਨੂੰ ਉਹਨਾਂ ਦੀ ਵੈਲਫੇਅਰ ਦੇ ਲਈ ਕੁਝ ਨਾ ਕੁਝ ਕਰੇ। ਤਾਂ ਉਹਦੇ ਲਈ ਕੀ ਹੈਗਾ ਕਿ ਇੱਕ ਤਾਂ ਉਹਨਾਂ ਨੂੰ ਜੋ ਸੈਲਰੀ ਹੈਗੀ ਆ ਉਹ ਵਧੀਆ ਪ੍ਰੋਵਾਈਡ ਕਰਾਈ ਜਾਵੇ ਅਕੋਰਡਿੰਗ ਟੂ ਦੇਅਰ ਵਰਕ, ਐਂਡ with that salary other facilities also provide to the employees, for example housing facilities, medical facilities and insurance facilities, etc, etc. Next one is the human objectives. फर्स्ट वन इज प्रोवाइड हेल्दी एंड सेफ वर्किंग कंडीशन, कि जो साडे वर्कर्स है ने, क्योंकि वर्कर्स ही बेसिकली साडे बिजनेस का मेन पॉइंट ने या रोल प्ले करते हैं, क्योंकि उन्होंने नाल ही साडा सारा बिजनेस हैगा, जो प्रोडक्शन तो लेके सेल तक सारा काम है जो ह्यूमन दे नाल ही हुंदा हैगा। तो उन्होंने आपां इस तरह की वर्किंग कंडीशन प्रोवाइड करवाण कि वो वधिया तरीके दे नाल अपना काम कर सकन। नैक्सट वन इज टू पे फेयर एंड कंपीटिटिव सैलरीज एंड वर्क, कि जो इंप्लॉइज ने उन्होंने जो सैलरी है वो सही प्रोवाइड कराई जाए, जिमें कि होर कंपीटिटिव जो साडे कंपीटीटर ने वो जो उन्होंने प्रोवाइड करवा रहे हैं। टू प्रोवाइड अपॉर्चुनिटीज फॉर पर्सनल ग्रोथ एंड डेवलपमेंट ऑफ इंप्लॉइज, टू प्रोवाइड रीजनेबल सिक्योरिटी ऑफ सर्विसेज, to provide various financial and non-financial incentives in order to motivate the workers, to encourage employees to take initiatives and participation in management। employees ਨੂੰ encourage ਕਰਨਾ ਕਿ ਉਹ मैनेजमेंट ਦੀ ਜੋ ਵੀ ਪॉलिसीज ਵਗੈਰਾ ਨੇ ਉਹਨਾਂ ਵਿੱਚ ਆਪਣਾ ਜੇ ਕੁਝ ਯੋਗਦਾਨ ਦੇ ਸਕਦੇ ਹਨ ਤਾਂ ਉਹ ਦੇ ਦੇਣ, ਕਿਉਂਕਿ ਜੋ ਵਰਕਰਸ ਨੇ ਉਹ ਡਾਇਰੈਕਟਲੀ ਹੈਗਾ ਕਸਟਮਰ ਦੇ ਨਾਲ जुड़े हुए होंगे ने, तो मैनेजमेंट ਨੂੰ काफ़ी कुछ इन्फॉर्मेशन है जो प्रोवाइड करा सकते हैं, जिहदे करके हैगा कि बिजनेस होर ग्रो हो सकता। नैक्सट वन इज द नैशनल ऑब्जेक्टिव्स। सो फर्स्ट वन इज क्रिएशन ऑफ एम्प्लॉयमेंट, second one is promotion of social justice, production according to national priorities, contribute to the revenue of the country, and last one is self sufficiency and export promotion। तो फर्स्ट वन इज क्रिएशन ऑफ इंप्लॉयमेंट, कि जो बिजनेस है वो इस तरीके का होना चाहिए जिहदे करके कि इंप्लॉयमेंट ज़्यादा तो ज़्यादा, या फिर तुसीं कह सकते हो कि इक्वल अपॉर्चुनिटीज ऑफ इंप्लॉयमेंट टू ईच एंड एवरी सैक्शन ऑफ द सोसाइटीज़, वो चाहे कोई पुअर सोसाइटी तो है, बैकवर्ड सोसाइटी तो है, किसी भी तरह का होवे उन्होंने इक्वल अपॉर्चुनिटीज मिलनी चाहिए ने, तो ज़्यादा बिजनेस है जो इंप्लॉयमेंट जनरेट करे। नैक्सट वन इज प्रमोशन ऑफ सोशल जस्टिस, कि पर्टिकुलर बिजनेस दे विच सारिਆਂ ਨੂੰ जो प्रमोशन ਦੇ ਲਈ ਹੈਗਾ ਕਿਸੇ भी तरह की डिस्क्रिमिनेशन नहीं होना चाहिए, सारिਆਂ ਦੇ ਕੋਲ इक्वल अपॉर्चुनिटीज होनी चाहिए ने, ताकि वो अपने आप ਨੂੰ प्रमोट कर सकन, अपने आप ਨੂੰ डिवेलप कर सकन। प्रोडक्शन अकॉर्डिंग टू नैशनल प्रायोरिटीज, कि कोई भी बिजनेस हैगा उन्होंने पर्टिकुलर गुड्स एंड सर्विसेज की प्रोडक्शन करके चलता जिहदे कि उस पर्टिकुलर कंट्री के विच जरूरत ज़्यादा है, पहला आपकी कंट्री की जो जरूरत हैगी उन्होंने पूरा करिए, दैन फिर आप अगे सोच सकते हैं। नैक्सट वन इज कंट्रीब्यूट टू द रेवेन्यू ऑफ द कंट्री, कि एक पर्टिकुलर बिजनेसमैन जे अपना टैक्सिस वगैरह ने वो सही टाइम पर प्रोवाइड करा रहे हैं, जो ड्यूज वगैरह ने सही टाइम पर प्रोवाइड करा रहे हैं, तो जाहिर सी गल है कंट्री की रेवेन्यूज है वो ज़्यादा होणगे। नैक्सट वन सैल्फ सफिशिएंसी एंड एक्सपोर्ट प्रमोशन, कि एक बिजनेस ਦੇ ਲਈ ਜ਼ਰੂਰੀ ਹੈਗਾ ਸੈਲਫ ਸਫੀਸ਼ੀਐਂਸੀ, ਮਤਲਬ ਆਤਮ ਨਿਰਭਰ ਬਣਨਾ, ਐਂਡ ਐਕਸਪੋਰਟ ਪ੍ਰਮੋਸ਼ਨ, ਕਿ ਤੁਸੀਂ ਆਪਣਾ ਪ੍ਰੋਡਕਟ ਇਸ ਤਰ੍ਹਾਂ ਦਾ ਪ੍ਰੋਡਿਊਸ ਕਰਕੇ ਚਲੋ ਕਿ ਉਹ ਪ੍ਰੋਡਕਟ ਸਾਡਾ ਨੈਸ਼ਨਲ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੱਕ ਵੀ ਐਕਸਪੋਰਟ ਹੋਵੇ। ਦੈਟ ਮੀਨਸ ਕਿ ਤੁਸੀਂ ਇੰਪੋਰਟ ਨੂੰ ਰਿਡਿਊਸ ਕਰਕੇ ਆਪਣੇ ਐਕਸਪੋਰਟ ਨੂੰ ਜੋ ਇਨਕਰੀਜ਼ ਕਰਕੇ ਚੱਲੀਏ। नेक्स्ट वन इज द ग्लोबल ऑब्जेक्टिव। फर्स्ट वन इज रेज जनरल स्टैंडर्ड ऑफ लिविंग। जनरल स्टैंडर्ड ऑफ लिविंग का मतलब है कि जो फैसिलिटीज़ अदर फॉरन कंट्रीज ਦੇ ਵਿੱਚ ਉੱਥੇ ਦੇ इंप्लॉइज वर्कर या फिर आम जनता जो उन्होंने मिल रही है ਉਹੀ सेम फैसिलिटीज़ है कि साडी कंट्री ਦੇ ਵਿੱਚ भी मिलनी चाहिए ने। रिड्यूस डिस्पैरिटीज़ अमंग नेशंस, कि जो कंट्रीज ਦੇ ਵਿੱਚ डिस्पैरिटीज़ ने असमानतावां ने उन्होंने किस तरीके नाल तुसी दूर कर सकते हो। दैट मीनस इक्वल अपॉर्चुनिटी प्रोवाइड करानी हर एक कंट्रीज ਦੇ ਵਿੱਚ, हर एक नेशन ਦੇ ਵਿੱਚ विदाउट एनी डिस्क्रिमिनेशन। नैक्सट वन इज मेक अवेलेबल ग्लोबली कंपीटिटिव गुड्स एंड सर्विसेज, कि तुसी इस तरह की गुड्स इस तरह की सर्विसेज प्रोवाइड कराओ जो कि तुसी नैशनल नहीं इंटरनैशनल ਲੈਵਲ तक भी वो प्रोडक्ट है जो उन्होंने सर्विसेज हैगी उन्होंने वो डिमांड होए, तां ही तुसी उन्हां फॉरन कंट्रीज दे नाल उस प्रोडक्ट नाल कंपीट कर सकते हो तो अपनी एक पहचान है जो तुसी वो बना सकते हो। सो दीज आर द ऑब्जेक्टिव्स ऑफ
बिजनेस वन बाय वन जो अपन ने डिस्कस किए हैं। फर्स्ट वन इज इकोनॉमिक ऑब्जेक्टिव, सेकंड वन इज द सोशल ऑब्जेक्टिव्स, then human objective, national objective, and last one is the global objectives. Next one is the function of business कि basically जो functions हैगे ने business ਦੇ ਉਹ ਕੀ ਹੁੰਦੇ ਨੇ। There are many function need for running a business. So what are the function? First one is planning. To make a plan is so essential for production, distribution, and investment. Without planning, any business can't achieve their destiny. Then production or creating utility is the primary function, जिमें कि ਆਪਾਂ ਪਹਿਲਾਂ ਵੀ डिस्कस कर चुके हैं। Next one is purchase. To contribute the process of production, businessman purchase raw material from the supplier. Next one is sales, insurance, market research. Sale point अपन डिस्कस कर चुके हैं। Insurance. In business, there are many types of risks such as deflation, price falling, fire and accident, etc. For that reason, should take insurance policies. Market research. ਕਿਸੇ ਵੀ ਬਿਜ਼ਨਸ ਦੇ ਲਈ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ that is the market research, ਕਿਉਂਕਿ ਤੁਸੀਂ ਕੁਝ ਵੀ ਪ੍ਰੋਡਕਟ ਪ੍ਰੋਡਿਊਸ ਕਰਨ ਜਾ ਰਹੇ ਹੋ ਜਾਂ ਸਰਵਿਸ ਪ੍ਰੋਵਾਈਡ ਕਰਵਾਉਣ ਜਾ ਰਹੇ ਹੋ ਤਾਂ ਸਾਨੂੰ ਮਾਰਕੀਟ ਦੀ ਨੌਲੇਜ ਹੋਣੀ ਚਾਹੀਦੀ ਆ। ਮਾਰਕੀਟ ਦੀ ਨੌਲੇਜ ਦੇ ਲਈ ਆਪਾਂ ਮਾਰਕੀਟ ਦੀ ਰਿਸਰਚ ਕਰਕੇ ਚੱਲਦੇ ਹਾਂ। we collect the data from the market about the customer's need, demand, purchasing power, expectation, and etc. etc. Next one is the grading and standardization. Grading means to classify the products according to their criteria, quantity, quality, value, and nature. Standardization means to divide the product according to the quality. Advertisement and publicity. Business organization should make advertisement and publicity to create customer and inform them about the shape, size, quality, and price of production. One more thing, there is a difference between the advertisement and publicity, because for advertisement a particular organization pay for the advertisement, but in for publicity पब्लिसिटी बिजनेस कुछ भी पे आउट नहीं करता ਹੁੰਦਾ। ਇਹ जो कस्टमर टू कस्टमर पर्सन टू पर्सन है, माउथ टू माउथ पब्लिसिटी है जो अपने आप ही ਹੁੰਦੀ ਰਹਿੰਦੀ है। ਨੈਕਸਟ ਵਨ ਇਜ਼ ਇੰਪੋਰਟੈਂਸ ਆਫ ਬਿਜ਼ਨਸ। ਜਿਵੇਂ ਕਿ ਆਪਾਂ ਨੇ ਇਹਦੇ ਆਬਜੈਕਟਿਵਸ ਡਿਸਕਸ ਕੀਤੇ ਨੇ, ਫੰਕਸ਼ਨ ਡਿਸਕਸ ਕੀਤੇ ਨੇ, ਉਹਨਾਂ ਦੇ ਬਿਹਾਫ ਦੇ ਉੱਤੇ ਸਾਡੇ ਇੰਪੋਰਟੈਂਸ ਨੇ। तो ਇੰਪੋਰਟੈਂਸ ਕੀ ਹੈਗੇ ਨੇ ਬਸ ਪੁਆਇੰਟ ਆਪਾਂ ਡਿਸਕਸ ਕਰ ਲੈਂਦੇ ਨੇ। ਫਸਟ ਵਨ ਇਜ਼ ਇਕਨੋਮਿਕ ਇੰਪੋਰਟੈਂਸ, ਜਿਵੇਂ ਕਿ ਆਪਾਂ ਡਿਸਕਸ ਕੀਤਾ ਸੀਗਾ ਪ੍ਰੋਪਰ ਯੂਟਿਲਾਈਜੇਸ਼ਨ ਆਫ ਰਿਸੋਰਸਿਸ, ਡਿਵੀਜ਼ਨ ਆਫ ਲੇਬਰ, ਯੂਟਿਲਾਈਜੇਸ਼ਨ ਆਫ ਡਿਵੈਲਪਡ ਟੈਕਨੋਲੋਜੀ, encouraging savings, increase government revenue, growth of personal and national income, development of banking and insurance. Second one is social importance. First one is supply of goods and services at fair prices. Second one is create employment. Next one is improvement of living standard, development of efficiency, culture and industrial arts, urbanization, help to industry, develop to international relationship. Next point is business and occupation. People are involved in various works for livelihood. Involving in the different occupations, people are trying to earn money. For that reason, early stage of civilization, people are involved in business to earn money for livelihood. But in this moment, there arises a question that is business and occupation. If we want to this question, at first we should mention difference between business and occupation. First one is special knowledge is needed to the profession, कि किसी भी profession ਦੇ ਲਈ ਹੈਗਾ ਸਾਨੂੰ ਇੱਕ professional knowledge ਹੋਣੀ ਜ਼ਰੂਰੀ ਹੈਗੀ, but business ਦੇ ਲਈ ਇੱਕ ਇਸ ਤਰ੍ਹਾਂ ਦੀ requirement ਨਹੀਂ ਹੁੰਦੀ। means ਆਮ person ਕੋਈ ਵੀ business ਕਰ ਸਕਦਾ ਹੈ। Professional need to acquire knowledge by training and experience, but in business it is not necessary। ਜਿਵੇਂ ਕਿ ਕਿਸੇ ਵੀ profession ਨੂੰ ਕਰਨ ਦੇ ਲਈ ਹੈਗਾ ਸਾਡੇ ਕੋਲ ਖਾਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੋਣੇ ਚਾਹੀਦੇ ਨੇ। ਜਿਵੇਂ ਕਿ ਇੱਕ ਚਾਰਟਰਡ ਅਕਾਊਂਟੈਂਟ ਪ੍ਰੋਫੈਸ਼ਨਲ ਦੇ ਲਈ ਹੈਗਾ ਸੀਏ ਦੀ ਡਿਗਰੀ ਹੋਣੀ ਜ਼ਰੂਰੀ ਹੈਗਾ। ਡਾਕਟਰ ਬਣਨ ਦੇ ਲਈ ਇੱਕ ਡਾਕਟਰ ਦੀ ਐਮਬੀਬੀਐਸ ਹੈ ਉਹਦੀ ਡਿਗਰੀ ਹੋਣੀ ਜ਼ਰੂਰੀ ਹੈ। तो they are the professional, but in business it is not necessary। to involve in any occupational organization is needed to be a member of the representative professional organization, but the person who want to conduct business need not do these activities. Next one is profession main objective is to deliver service for livelihood, but in business earning money or profit is the main objective। profession ਦਾ ਜੋ main objective ਹੈ ਉਹ services provide ਕਰਾਉਂਦੇ ਨੇ, but business ਦੇ ਵਿੱਚ ਹੈਗਾ ਜੋ earning money or profit is the main objective।
People of any profession should follow the ethical code for the guidance of conduct, but the business has no certain ethical code as guidance of conduct. From the analysis, we can say that business is not treated as profession, but all types of occupational works are treated as profession. Thanks.